शरीर ਨੂੰ 100 साल तक लेके जाता फार्मूला भी दे रहे हैं और कले पंजाब कम से कम 5 लाख लोगों को रोजगार का फार्मूला भी दे रहे हैं। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡਾ ਨਾਮ ਲੈਣ ਵਾਲਾ ਕੋਈ ਦਿਸ ਨਹੀਂ ਰਿਹਾ। ਇਸ ਦੇ ਵਿੱਚ ਅਸੀਂ ਜਿਹੜਾ ਸਿਲੇਬਸ ਪੜ੍ਹਿਆ ਵਾਤ ਪਿੱਤ ਔਰ ਅੱਜ ਰਹੇਗਾ ਕਾਫੀ ਬੜੀ ਖੁਸ਼ੀ ਹੁੰਦੀ ਹੈ ਕਿ ਹਰੇਕ ਕਲਾਸ ਦੇ ਵਿੱਚ ਸਟੂਡੈਂਟ ਸਾਡੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਇਹਦੇ ਤੋਂ ਇੱਕ ਚੀਜ਼ ਕਲੀਅਰ ਹੋ ਰਹੀ ਹੈ ਕਿ ਨੇਚਰ ਦੇ ਨਾਲ ਅਸੀਂ ਸਾਰੇ ਹੀ ਹੌਲੀ ਹੌਲੀ ਉਹ ਪਿਆਰ ਜਿਹੜਾ ਅਸੀਂ ਕਾਫੀ ਟਾਈਮ ਤੋਂ ਛੱਡ ਚੁੱਕੇ ਹਾਂ, ਤਰੱਕੀ ਦੇ ਨਾਮ 'ਤੇ ਅੱਗੇ ਨੂੰ ਵੱਧ ਚੁੱਕੇ ਹਾਂ, ਉਹ ਚੀਜ਼ਾਂ ਵਾਪਸ ਫਿਰ ਸਾਡੇ ਘਰਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇੱਕ ਬੜਾ ਅੱਛਾ ਉਦਮ ਜਿਹੜਾ ਡਾਕਟਰ ਵਰਿੰਦਰ ਸਿੰਘ ਭੁੱਲਰ ਦੇ ਵੱਲੋਂ ਕੀਤਾ ਗਿਆ ਔਰ ਬੜਾ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ। ਉਸ ਉਦਮ ਨੂੰ ਬੜਾ ਅੱਛਾ ਹੁੰਗਾਰਾ ਦਿੱਤਾ ਹੈ ਕਿਉਂਕਿ ਕੁਦਰਤ ਨਹੀਂ ਚਾਹੁੰਦੀ ਕਿ ਤੁਸੀਂ ਉਸ ਨੂੰ ਬਚਾਓ। ਕੁਦਰਤ ਸਾਡੇ ਤੋਂ ਡਿਮਾਂਡ ਨਹੀਂ ਰੱਖਦੀ ਕਿ ਤੁਸੀਂ ਉਸ ਨੂੰ ਬਚਾਓ, ਬਲਕਿ ਕੁਦਰਤ ਇਹ ਚਾਹੁੰਦੀ ਹੈ ਕਿ ਉਹਦੇ ਨਾਲ ਪਿਆਰ ਕਰੋ। ਜੇ ਅਸੀਂ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖ ਜਾਵਾਂਗੇ ਤਾਂ ਕੁਦਰਤ ਨੂੰ ਅਸੀਂ ਆਪਣੇ ਆਪ ਹੀ ਬਚਾ ਲਵਾਂਗੇ। ਇਨਸਾਨ ਇੱਕ ਮਨੁੱਖ ਕੁਦਰਤ ਦੀ ਸਭ ਤੋਂ ਸਰਵੋਤਮ ਕ੍ਰੀਏਸ਼ਨ ਹੈ, ਇੱਕ ਸਰੀਰ ਦੇ ਵਿੱਚੋਂ ਇੱਕ ਸਰੀਰ ਦਾ ਬਣ ਜਾਣਾ। ਪਰ ਜੋ ਅੱਜ ਦੇ ਟਾਈਮ ਦੇ ਵਿੱਚ ਅਸੀਂ ਵੇਖ ਰਹੇ ਹਾਂ, ਇਹੀ ਕ੍ਰੀਏਸ਼ਨ ਕੁਦਰਤ ਦੀ ਸਭ ਤੋਂ ਸਰਵੋਤਮ ਕ੍ਰੀਏਸ਼ਨ ਨੂੰ ਅਸੀਂ ਖਰਾਬ ਕਰ ਰਹੇ ਹਾਂ। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡਾ ਨਾਮ ਲੈਣ ਵਾਲਾ ਕੋਈ ਦਿਸ ਨਹੀਂ ਰਿਹਾ। ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹਸਪਤਾਲਾਂ ਦੇ ਅੱਗੇ ਅਸੀਂ ਤਰਲੇ ਕਰਦੇ ਫਿਰਦੇ ਹਾਂ, ਕੁਦਰਤ ਦੀ ਉਹ ਕ੍ਰੀਏਸ਼ਨ ਨੂੰ ਅਸੀਂ ਖਰਾਬ ਕਰ ਲਿਆ। ਪਰ ਜੇ ਅਸੀਂ ਇਸ ਚੀਜ਼ ਨੂੰ ਇਸ ਮਨੁੱਖੀ ਜਨਮ ਨੂੰ ਆਪਣੇ ਫਿਜ਼ੀਕਲ ਜਿਹੜਾ ਸਾਡਾ ਢਾਂਚਾ ਇਹਨੂੰ ਸਵਾਰਨ ਦੀ ਅਸੀਂ ਨੌਲੇਜ ਲੈ ਰਹੇ ਹਾਂ ਤਾਂ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਹੋ, ਕਿ ਜਿਸ ਇਨਸਾਨ ਨੇ ਆਪਣੇ ਆਪ ਨਾਲ ਪਿਆਰ ਕਰ ਲਿਆ ਉਹਨੇ ਸਾਰੀ ਕੁਦਰਤ ਦੇ ਨਾਲ ਹੀ ਪਿਆਰ ਕਰ ਲਿਆ। ਤੁਸੀਂ ਆਪਣੇ ਆਪ ਲਈ ਬਹੁਤ ਵੱਡਾ ਉਦਮ ਕੀਤਾ ਹੈ, ਆਪਣੇ ਆਪ ਲਈ ਜ਼ੋਰਦਾਰ ਕਲਾਪਿੰਗ ਕਰੋ। ਲਾਸਟ 2 ਕਲਾਸਿਸ ਦੇ ਵਿੱਚ ਆਪਾਂ ਵਾਤ ਬਾਰੇ ਪੜ੍ਹਿਆ ਸੀ। ਵਾਤ ਉਹ ਤੱਤ ਹੈ ਸਾਡੀ ਬਾਡੀ ਦੇ ਵਿੱਚ ਜਿਹੜਾ ਗਤੀਵਿਧੀਆਂ ਜਿਹਦੇ ਨਾਲ ਅਸੀਂ ਕਰਦੇ ਹਾਂ, ਬੋਲਦੇ ਹਾਂ, ਆਪਣੀ ਬਾਡੀ ਦੇ ਵਿੱਚ ਕੋਈ ਮੂਵਮੈਂਟ ਕਰਦੇ ਹਾਂ, ਸਾਡੇ ਸਰੀਰ ਦੇ ਵਿੱਚ ਲਹੂ ਦਾ ਜਿਹੜਾ ਸ਼ੁੱਧ ਤੇ ਅਸ਼ੁੱਧ ਲਹੂ ਦਾ ਆਦਾਨ ਪ੍ਰਦਾਨ ਹੁੰਦਾ, ਉਹ ਸਾਰੀਆਂ ਚੀਜ਼ਾਂ ਵਾਤ ਕਰਕੇ ਹੀ ਹੁੰਦੀਆਂ ਨੇ। ਜਦ ਤੱਕ ਉਹ ਸਾਡੇ ਸਰੀਰ ਦੇ ਵਿੱਚ ਬੈਲੈਂਸ ਰਹਿੰਦੀ ਹੈ ਤਾਂ ਸਰੀਰ ਦਾ ਜਿਹੜਾ ਸਾਰਾ ਢਾਂਚਾ ਸਿਸਟਮੈਟਿਕ ਵਰਕ ਕਰਦਾ ਹੈ। ਪਰ ਜਦੋਂ ਸਾਡੀਆਂ ਆਦਤਾਂ ਵਿਗੜ ਜਾਂਦੀਆਂ ਨੇ ਜਾਂ ਸਾਡੇ ਰਹਿਣ ਸਹਿਣ ਦਾ এনवायरमेंट ਦਾ ਫਰਕ ਪੈਂਦਾ ਤਾਂ ਉਹ ਤੱਤ ਦੇ ਵਿੱਚ ਜਦੋਂ ਵਾਧਾ ਘਾਟਾ ਹੋ ਜਾਂਦਾ ਤਾਂ ਬਿਮਾਰੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਧ ਰੋਗ ਜਿਹੜੇ ਨੇ ਉਹ ਵਾਤ ਦੇ ਨਾਲ ਹੀ ਲੱਗਦੇ ਨੇ। 80% ਰੋਗ ਜਿਹੜੇ ਨੇ ਬਾਡੀ ਦੇ ਵਿੱਚ ਉਹ ਵਾਤ ਤੇ ਵਿਗਾੜ ਕਰਕੇ ਹੀ ਲੱਗਦੇ ਨੇ। ਦੂਸਰਾ ਤੱਤ ਜਿਹੜਾ ਅਸੀਂ ਪੜ੍ਹਿਆ ਸੀ ਪਿੱਤ। ਪਿੱਤ ਜਿਹਨੂੰ ਅਸੀਂ ਗਰਮੀ ਅਗਨੀ ਵੀ ਕਹਿ ਦਿੰਦੇ ਹਾਂ, ਉਹ ਤੱਤ ਜਿਹੜਾ ਸਾਡੀ ਬਾਡੀ ਦੇ ਵਿੱਚ ਪਾਚਨ ਪ੍ਰਣਾਲੀ ਦੇ ਲਈ ਬਹੁਤ ਜ਼ਰੂਰੀ ਹੈ। ਜੋ ਵੀ ਅਸੀਂ ਖਾਂਦੇ ਹਾਂ ਉਹਨੂੰ ਸਾਡੀ ਬਾਡੀ ਗਰਮੀ ਦੇ ਨਾਲ ਅੰਦਰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜ ਕੇ ਸਾਡੇ ਜੋ ਵੀ ਅਸੀਂ ਭੋਜਨ ਖਾਧਾ ਹੁੰਦਾ ਹੈ ਉਹਨੂੰ ਬਾਡੀ ਦੇ ਦੂਜੇ ਪਾਰਟ ਤੱਕ ਪਹੁੰਚਾਉਣ ਦੇ ਵਿੱਚ ਹੈਲਪ ਕਰਦਾ ਹੈ। ਇਹ ਜਿਹੜਾ ਪਿੱਤ ਦਾ ਤੱਤ ਹੁੰਦਾ ਹੈ। ਔਰ ਹਰੇਕ ਜਿੰਨੇ ਵੀ ਇਨਸਾਨ ਨੇ ਹਰੇਕ ਦੀ ਪ੍ਰਕਿਰਤੀ ਅਲੱਗ-ਅਲੱਗ ਹੈ। ਕਿਸੇ ਦੇ ਅੰਦਰ ਵਾਤ ਨੈਚੁਰਲ ਮਤਲਬ ਬਾਏ ਬਰਥ ਹੀ ਜ਼ਿਆਦਾ ਹੁੰਦਾ ਹੈ, ਬਾਕੀ 2 ਤੱਤ ਘੱਟ ਹੁੰਦੇ ਨੇ। ਕਿਸੇ ਦੇ ਅੰਦਰ ਪਿੱਤ ਬਹੁਤ ਜ਼ਿਆਦਾ ਹੁੰਦਾ ਹੈ, ਗਰਮੈਸ਼ ਹਰ ਵੇਲੇ ਭੱਜਾ ਦੌੜੀ ਦੇ ਵਿੱਚ ਹੀ ਰਹਿਣਾ, ਬੈਲੈਂਸ ਨਹੀਂ ਕਰ ਪਾਉਂਦੇ ਅਸੀਂ ਆਪਣੀ ਬਾਡੀ ਨੂੰ। ਪਿੱਤ ਕਿਸੇ ਦੇ ਅੰਦਰ ਬਹੁਤ ਜ਼ਿਆਦਾ ਹੁੰਦਾ ਹੈ। ਔਰ ਨੈਕਸਟ ਜਿਹੜਾ ਸਾਡਾ ਅੱਜ ਵਾਲਾ ਟੌਪਿਕ ਹੈ ਉਹ ਹੈਗਾ ਕਫ। ਪਿੱਤ ਦੇ ਨਾਲ ਕਫ ਦੇ ਨਾਲ ਬਾਡੀ ਦੇ ਵਿੱਚ 28 ਤਰ੍ਹਾਂ ਦੇ ਰੋਗ ਜਿਹੜੇ ਨੇ ਉਹ ਲੱਗਦੇ ਨੇ। ਇਹ ਦੋਸ਼ ਬਾਡੀ 'ਚ ਵਿਗਾੜ ਪੈਦਾ ਹੋਣ ਦੇ ਨਾਲ ਹੀ ਇਹ ਦੋਸ਼ ਬਣਦੇ ਨੇ, ਪਰ ਅਸਲ ਦੇ ਵਿੱਚ ਇਹ ਸਾਡੀ ਬਾਡੀ ਦੇ ਜ਼ਰੂਰੀ ਤੱਤ ਨੇ ਜਿਹੜੀਆਂ ਸਾਡੀਆਂ ਰੋਜ਼ ਦੇ ਬਾਡੀ ਦੇ ਫੰਕਸ਼ਨਸ ਨੇ ਉਹਨਾਂ ਨੂੰ ਕਰਨ ਦੇ ਲਈ ਜ਼ਰੂਰੀ ਹੁੰਦੇ ਨੇ। ਕਫ ਕੀ ਹੁੰਦਾ ਹੈ? ਕਫ ਇੱਕ ਤਰਲ ਪਦਾਰਥ ਹੁੰਦਾ ਹੈ। ਜਾਂ ਐਨਾਟਮੀ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਡੀ ਜਿਹੜੀ ਉਹ ਵਰਕ ਕਿੱਦਾਂ ਕਰਦੀ ਹੈ। ਤੇ ਮੈਂ ਥੋੜਾ ਜਿਹਾ ਲਿਖਾਉਂਗੀ, ਇਹਨੂੰ ਆਪਾਂ ਹਰੇਕ ਕਲਾਸ ਦੇ ਵਿੱਚ ਅੱਗੇ ਕੰਟੀਨਿਊ ਕਰਾਂਗੇ। ਅੱਜ ਜਿਹੜਾ ਲਿਖਵਾ ਰਹੀ ਹਾਂ ਟਰਮਸ ਸਲਾਈਵਰੀ ਗਲੈਂਡ ਹੈ, SLAIVARY, SLAIVARY, ਸਲਾਈਵਰੀ ਗਲੈਂਡ। ਬਾਡੀ ਦੇ ਵਿੱਚ 2 ਤਰ੍ਹਾਂ ਦੇ ਗਲੈਂਡ ਹੁੰਦੇ ਨੇ, ਐਕਸੋਕ੍ਰਾਈਨ ਤੇ ਐਂਡੋਕ੍ਰਾਈਨ। EXO
CRINE एक्सोक्राइन, दूसरा इंडोक्राइन EXOCRINE एक्सोक्राइन ग्लैंड। ਜਿਹੜਾ ਸਲਾइवरी ग्लैंड ਹੁੰਦਾ ਉਹ एक्सोक्राइन ग्लैंड ही ਹੁੰਦਾ ਹੈ। ਇਹ ਆਪਣੇ ਦੁਆਰਾ ਜੋ ਵੀ ਸਬਸਟੈਂਸ ਜੋ ਵੀ ਰਸ ਤਿਆਰ ਕਰਦਾ ਹੈ ਉਹਨੂੰ ਡਾਇਰੈਕਟ ਡਕਟ ਦੇ ਰਾਹੀਂ मतलब कि नालियां के राही मतलब सलेवरी ग्लैंड साडे मूँह दे विच हुंदा है तां इत्थों पाइप के राही साडे पाचन तंत्र दे नाल जुड़दा है। ये डायरैक्ट ब्लड दे विच आपदे रस जिहड़े नहीं रलाउंदा। नोट कर लो एक्सोक्राइन ग्लैंड दोनों भूमिका निभा रहे ने। इंस्टीट्यूट ऑफ वैलबींग के प्रेजिडेंट ने इन्ने ज़्यादा जिहड़े जगह के उपर वो कारगुजारी कर रहे हैं। इस तो इलावा ये सारा काम करदिया होया सर हुंदा कि आपां नूं अवार्ड दे विच जेकर किसी अवार्ड शो या कोई संस्था है ਉਹਦੇ 'ਚ ਪਾਰਟਿਸਿਪੇਟ ਕਰਨਾ ਪੈਂਦਾ। ਜਦੋਂ ਆਪਾਂ ਉਹਦੇ 'ਚ ਚੀਜ਼ ਬੋਲ ਦਿੰਦੇ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਚੀਜ਼ ਕਰਾਂਗੇ ਤੇ ਜੇ ਉਹਦੇ ਉੱਪਰ ਪੂਰੇ ਉਤਰਦੇ ਆ ਤਾਂ ਆਪਾਂ ਨੂੰ ਕੁਝ ਅਵਾਰਡ ਮਿਲਦੇ ਆ। ਤਾਂ ਉਹਨਾਂ ਨੇ ਇੱਕ ਚੀਜ਼ ਬੋਲੀ ਸੀ ਕਿ ਸਾਡੇ ਕੋਲ ਪੇਸ਼ੈਂਟ ਆਣਗੇ, ਜਿੱਦਾਂ ਆਪਾਂ ਹੁਣ ਵੀ ਬੋਲ ਰਹੇ ਸਭ ਨੂੰ, ਤੁਸੀਂ ਵੀ ਇਦਾਂ ਕਰਨਾ। ਸਾਡੇ ਕੋਲ ਪੇਸ਼ੈਂਟ ਆਣਗੇ, ਪੇਸ਼ੈਂਟ ਠੀਕ ਹੋਣਗੇ। ਜਦੋਂ ਪੇਸ਼ੈਂਟ ਠੀਕ ਹੋਊਗਾ ਉਹਨੂੰ ਸਟੱਡੀ ਕਰਵਾਈ ਜਾਊਗੀ, ਉਹਨੂੰ ਉਹਦੇ ਹੀ ਰੋਗ ਦਾ ਐਕਸਪਰਟ ਬਣਾਇਆ ਜਾਊਗਾ। ਹੈਲੋ, ਇਦਾਂ ਹੀ ਹੈ ਸਰ? ਹੁਣ ਸਾਰੇ ਇਦਾਂ ਹੀ ਕਰ ਰਹੇ ਆਪਾਂ। ਜਦੋਂ ਇਹ ਵਾਲੀ ਚੀਜ਼ ਆਪਾਂ ਉਹ ਪੱਖ ਰੱਖਿਆ ਉਸ ਤੋਂ ਬਾਅਦ ਉਹਦੇ ਉੱਪਰ ਪੂਰੇ ਉਤਰੇ ਤਾਂ ਆਪਾਂ ਨੂੰ ਸਰ ਇੱਕ ਅਵਾਰਡ ਮਿਲਿਆ। ਉਹ ਸੀਗਾ ਮੋਸਟ ਟਰਸਟਡ ਬ੍ਰਾਂਡ ਆਫ ਇੰਡੀਆ। ਉਹ ਅਵਾਰਡ ਮਿਲਿਆ, ਉਹਦੀ ਮੈਂ ਕਲਿੱਪ ਵੀ ਇੱਥੇ ਪਲੇ ਕਰੂੰਗਾ। ਤਾਂ ਖੁਸ਼ੀ ਨਹੀਂ ਹੋਈ ਸਰ ਅਵਾਰਡ ਮਿਲਿਆ? ਉਹਦੀ ਕਲਿੱਪ ਦੇਖਣਾ ਚਾਹੁੰਦੇ ਸਾਰੇ? ਤਾਂ ਉਹ ਦਿੱਲੀ ਦੇ ਵਿੱਚ ਬਕਾਇਦਾ ਇੱਕ ਜਗ੍ਹਾ ਦੇ ਉੱਪਰ ਪਰਫਾਰਮ ਜਿੱਥੇ ਸਭ ਨੂੰ ਬੁਲਾਇਆ ਗਿਆ। तो अरबाज खान जी उत्थे आए सी जिन्हां दे जरिए वो अवार्ड आपां नूं मिलिया। वीडियो प्ले करांगे सर, एक बार वीडियो प्ले कर दो। वॉल्यूम चढ़ गई दोबारा लगाओ स्टार्टिंग में। विजिबिलिटी है सर, क्लैपिंग कर सकते हैं। अवार्ड ऑफ मोस्ट ट्रस्टेड ब्रांड इन हेल्थ केयर। अपनी संस्था वालों तो नेक्स्ट एक बस नहीं है लास्ट हम डॉक्टर साहब उस तो बाद फर्स्ट बार इत्थे आ रहे हैं। तो लास्ट एक होर अवार्ड जिहड़ा आपां नूं विन होया अपनी सर R&D बहुत स्ट्रॉन्ग आ। डॉक्टर साहब भी अक्सर बोलते हैं रिसर्च एंड डिवेलपमेंट बहुत ज़्यादा बरीक तो बरीक चीज़ों का भी ध्यान रखा जाता कि किस तरीके नाल ये इफेक्ट करूँ। परफॉर्मेंस नूं लैके IT मिनिस्टर वालों मिनिस्टर जिहड़े टैक्नोलॉजी एंड इंफॉर्मेशन उन्होंने वालों जिहड़ा अवार्ड दिता गया उसकी वीडियो सर तुहाडे सामने एक बार अगेन प्ले करो। ये गोवा के IT गवर्नमेंट ऑफ इंडिया वालों टैक्नोलॉजी एंड इंफॉर्मेशन जिहड़े मिनिस्टर आ उन्होंने वालों सम्मानित किया गया डॉक्टर साहब नूं। सब तो भी मेहनत आ। थैंक यू सर, थैंक यू। तो मैं रिक्वेस्ट करूंगा आप अपनी जगह पे खड़े होइए एक बार। स्टेज डॉक्टर वरिंदर सिंह भुल्लर जी।
अपनी डायरी ते लिख लो, अपने दिल ते लिख लो। अगर दिल और डायरी दोनों ही बंद रहे तो अपने हथ ते लिख लो कि बड़ी जल्दी तानू तुहाडी इसे स्टेज ते देश का हर उच्च कोटि विद्वान बोलता नजर आ जाएगा। ਤੁਹਾਡੇ ਇਸ ਮਿਸ਼ਨ ਦੀ ਗੂੰਜ, ਤੁਹਾਡੀ ਇਹ ਭਾਵਨਾਵਾਂ ਦੀ ਜਿਹੜੀ ਮਹਿਕ ਹੈ ਉਹ ਪੂਰੇ ਭਾਰਤ ਦੇ ਅੰਦਰ ਨੈਸ਼ਨਲ ਲੈਵਲ ਤੇ ਬੜੇ ਅੱਛੇ ਤਰੀਕੇ ਨਾਲ ਫੈਲ ਚੁੱਕੀ ਹੈ। ਚੰਗੇ ਰਿਨੌਲ ਲੋਕਾਂ ਤੱਕ ਤੁਹਾਡਾ ਨਾਮ ਪਹੁੰਚ ਚੁੱਕਿਆ ਹੈ ਔਰ ਬੜੀ ਜਲਦੀ, ਕਿਉਂਕਿ ਆਪਾਂ ਦੋ ਕੰਮ ਕਰ ਰਹੇ ਹਾਂ। ਇੱਕ ਤਾਂ ਪਬਲਿਕ ਦੀ ਸਮੱਸਿਆ ਦਾ ਹੱਲ ਦੇ ਰਹੇ ਹਾਂ। ਇੱਕ ਸਮੱਸਿਆ ਦਾ ਹੱਲ ਦੇ ਰਹੇ ਹਾਂ, ਪਬਲਿਕ ਦੀ ਸਮੱਸਿਆ ਦਾ ਹੱਲ ਦੇ ਰਹੇ ਹਾਂ ਔਰ ਦੂਸਰਾ ਅਸੀਂ ਸਰਕਾਰ ਦੀ ਸਮੱਸਿਆ ਦਾ ਹੱਲ ਵੀ ਦੇ ਰਹੇ ਹਾਂ। पब्लिक की समस्या है कि ना साडे कोल सेहत है, ना साडे कोल रोजगार है, और सरकार की समस्या है कि हमारे पास रोजगार के लिए कोई रोजगार ही नहीं है। ठीक है, तो दोनों चीज़ों की समस्या का हल आप दे रहे हैं। शरीर नूं 100 साल तक लैके जाता फार्मूला भी दे रहे हैं और कले पंजाब कम से कम 5 लाख लोगों को रोजगार का फार्मूला भी दे रहे हैं। ये प्रोजेक्शन है साडी हर डिस्ट्रिक्ट के मौके तो चले सी, फिर लुधियाना, बठिंडा और श्री अमृतसर साहिब, दैन उस तो बाद अगे होर डिस्ट्रिक्ट की तैयारियां चल रही ने। हर डिस्ट्रिक्ट के अंदर जिन्नी भी पब्लिक है, देखो गवर्नमेंट ने हाल ही आई थिंक लास्ट वीक की ओपनिंग की है, लुधियाना की है, मोहाली की है। अच्छा, उत्थे कैंसर, क्योंकि साइंस क्लास आए हो एज ए स्टूडेंट, तो मैं उस दायरे ही गल करूँगा, नॉट एज ए लाइक ए मोटिवेशनल, एक एजुकेशनल गल होएगी। कितने भी रिसर्च सेंटर ओपन होता है, एक तो होता है क्लिनिक ओपन हो गया, एक होता हॉस्पिटल ओपन हो गया, एक होता हॉस्पिटल एंड रिसर्च सेंटर ओपन हो गया। आम पब्लिक बेचारी भोली होंगी है, उन्होंने नहीं पता होंगे कि रिसर्च सेंटर का मतलब की है। रिसर्च सेंटर का मतलब की है, उन्होंने तो रिसर्च एंड डेवलपमेंट करनी है। उन्होंने रिसर्च एंड डेवलपमेंट इस चीज़ से नहीं करनी कि किस तरह तुहानू बिना दवाई तो ठीक रहने का फार्मूला दिता जाए। और रिसर्च एंड डेवलपमेंट होनी किस चीज़ से है, किस तरह बच चुके शरीर होर इनवॉल्व किए जाए रिसर्च एंड डेवलपमेंट। और उत्थे जितने भी करोड़ा रुपए का पैकेज देके मैडिकल साइंस के स्टूडेंट पढ़ रहे हैं, उन्होंने फ्री ऑफ कॉस्ट बॉडी प्रोवाइड करवाई जानी है। बॉडी जिथे भी कॉलेजेस ने, चाहे वो फरीदकोट के है, अगर कॉलेज है, रिसर्च सेंटर है, तो बॉडी देनी पाएगी उन्होंने। और रिसर्च सेंटर सीखेगा कौन, प्रैक्टिस कौन करेगा, इंटर्नशिप की होगी, जिन्हें करोड़ा रुपए दे के सीट ली हुई है मैडिकल साइंस का जो स्टूडेंट बन रहा है, वो दे दी तो बॉडी होगी कितना होएगी। और जिथे रिसर्च सेंटर, अगर कैंसर दा रिसर्च सेंटर खुले तो सर उन्होंने कैंसर के शरीर चाहिए ने, वो कटने नहीं चाहिए, बदलने चाहिए, और रिसर्च सेंटर के सिर पे चलना है। जेडी सरकार कैंसर का रिसर्च सेंटर खोल रही है, मतलब कैंसर पे और रिसर्च करनी है, तो और रिसर्च नहीं, और शरीर चाहिए कि नहीं चाहिए, वो कितों जाने ने। कैंसर को घटाने कोई काम नहीं करना चाह रहा, कहते जी कैंसर आया है शरीर च किवें आया लभो, वो भाई साहब पैदा कित्थों हो रहा है, तो लभ लो, ਉਹਦੇ कारण की ने ਉਹਦੀ ਤੇ गल कर लो। चलो वो गवर्नमेंट की पॉलिसी, देखो गवर्नमेंट ने वर्ल्ड बैंक को पैसा लेना, 3 W समझाए सी लास्ट टाइम। पहला W केड़ा है, पहला W केड़ा है, दूसरा, तीसरा वर्ल्ड बैंक। पूरी दुनिया को 3 W ने मुट्ठी च कीता होया है। ये जो भी तुसी विकास देख रहे हो, ये तीनों W दे विचों एक दा हुंदा है, चौथा W ਇਹਦੇ ਚ ਨਹੀਂ ਹੈਗਾ। अगर थोड़े फ्लाईओवर बन रहे हैं, दैट इज द पार्ट ऑफ द वर्ल्ड ट्रेड ऑर्गेनाइजेशन।
ਕਟਿੰਗ ਵਰਲਡ ਬੈਂਕ ਤੋਂ ਪੈਸਾ ਆਉਂਦਾ ਸਾਡੀਆਂ ਸਰਕਾਰਾਂ ਨੂੰ, ਔਰ ਉਹ ਪੈਸਾ ਕਿਤੇ ਹੜ੍ਹ ਦੇ ਚੱਕਰ 'ਚ ਲਿਆ ਜਾਂਦਾ, ਕਿਸੇ ਮਾਓਵਾਦੀ ਦੇ ਚੱਕਰ 'ਚ ਲਿਆ ਜਾਂਦਾ। ਥੋੜਾ ਜਿਹਾ ਇਹ ਸਾਰੇ ਦਾ ਸਾਰਾ ਹੈਲਥ ਦਾ ਹੀ ਵਿਸ਼ਾ ਹੈਗਾ। ਤੋ ਇਹ ਮੈਂ ਥੋੜਾ ਜਿਹਾ ਬਰੀਫਲੀ ਤਾਂ ਦੱਸਣ ਦੀ ਸਾਡੀ ਕੋਸ਼ਿਸ਼ ਹੁੰਦੀ, ਕਿਉਂਕਿ ਇਹ ਜਾਣਕਾਰੀਆਂ ਕਿਤੇ ਮੀਡੀਆ 'ਚ ਪ੍ਰਿੰਟ ਆਫ ਨਹੀਂ ਹੋਣੀਆਂ, ਇਹ ਦਬੀਆਂ ਨੀਚੇ ਰਹਿ ਜਾਂਦੀਆਂ ਨੇ ਬਹੁਤ ਥੱਲੇ। ਜਿਹੜਾ ਸੱਚ ਹੁੰਦਾ ਉਹਦਾ ਬਹੁਤ ਪੈਰਾ ਥੱਲੇ ਰੱਖਦੇ ਨੇ, ਅੱਜ ਕੱਲ੍ਹ ਝੂਠ ਨੂੰ ਸਿਰ ਤੇ ਰੱਖਦੇ ਨੇ ਬਣਾ ਕੇ। ਸੋ ਜੇ ਤੁਸੀਂ ਇਸ ਸੰਸਥਾ ਨਾਲ ਜੁੜੇ ਹੋ, ਤੁਹਾਨੂੰ ਓਨਲੀ ਇਨਫੋਰਮੇਸ਼ਨ ਨਹੀਂ ਮਿਲਣੀ, ਤੁਹਾਨੂੰ ਰਾਈਟ ਇਨਫੋਰਮੇਸ਼ਨ ਮਿਲਣੀ। ਓਨਲੀ ਇਨਫੋਰਮੇਸ਼ਨ ਔਰ ਰਾਈਟ ਇਨਫੋਰਮੇਸ਼ਨ 'ਚ ਬਹੁਤ ਫਰਕ ਹੁੰਦਾ। ਜਿਹੜੀ ਤੁਹਾਨੂੰ ਸਮਝ ਆਵੇ ਤੁਹਾਡੇ ਭਲੇ ਲਈ ਹੈ, ਤੁਹਾਡੇ ਜਿਹਨੂੰ ਲੈ ਕੇ ਤੁਹਾਡੇ ਬ੍ਰੇਨ ਦਾ ਜਿਹੜਾ ਤਰਕ ਕਰਨ ਵਾਲਾ ਜਿਹੜਾ ਹਿੱਸਾ ਹੈ ਉਹ ਵਰਕਿੰਗ ਕਰੇ, ਤੇ ਅਸੀਂ ਇਹਨਾਂ ਚੀਜ਼ਾਂ 'ਤੇ ਸੋਚ ਸਕੀਏ। ਗਵਰਨਮੈਂਟ ਕਹਿੰਦੀ ਹੈ ਹਰ ਜ਼ਿਲ੍ਹੇ 'ਚ ਕੈਂਸਰ ਹਸਪੀਟਲ ਖੋਲ੍ਹ ਦੇਣਾ। ਮੈਂ ਆਲਰੇਡੀ ਇਹ ਚੀਜ਼ ਆਪਾਂ ਕਈ ਸਾਲਾਂ ਤੋਂ ਕਹਿ ਰਹੇ, ਮੈਂ ਕਹਿੰਦਾ ਵਾ ਗਵਰਨਮੈਂਟ ਜਸਟ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਆ ਜਾਵੇ, ਅਸੀਂ ਪੰਜਾਬ ਨੂੰ ਵੈਸੇ ਰੋਗ ਮੁਕਤ ਤੇ ਕੈਂਸਰ ਮੁਕਤ ਕਰ ਦਾਂਗੇ। ਸਾਡੇ ਕੋਲ ਹੈ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਆਲਰੇਡੀ ਵਰਕਿੰਗ ਔਨ ਦਾ ਰਿਸਰਚ ਐਂਡ ਡਿਵੈਲਪਮੈਂਟ ਔਨ ਦਾ ਆਲ ਨੈਚੁਰਲ ਹੈਲਥ ਸਾਇੰਸਿਸ। ਉਹਨਾਂ ਨੇ ਵੀ ਰਿਸਰਚ ਸੈਂਟਰ ਖੋਲਿਆ, ਅਸੀਂ ਵੀ ਰਿਸਰਚ ਸੈਂਟਰ ਚਲਾ ਰਹੇ ਹਾਂ। ਆਲ ਨੈਚੁਰਲ ਹੈਲਥ ਸਾਇੰਸਿਸ, ਨਾਟ ਅ ਮੈਡੀਕਲ ਸਾਇੰਸਿਸ। ਨੈਚੁਰਲ ਹੈਲਥ ਸਾਇੰਸਿਸ, ਤੁਹਾਡੀ ਬਾਡੀ ਕਿੱਥੋਂ ਬਣੀ ਹੈ? ਨੈਚੁਰਲ ਸਾਇੰਸ ਤੋਂ ਬਣੀ ਹੈ। ਤੇ ਠੀਕ ਕਰਨ ਲਈ ਮੈਡੀਕਲ ਸਾਇੰਸ ਚਾਹੀਦੀ ਹੈ, ਨੈਚੁਰਲ ਸਾਇੰਸ ਚਾਹੀਦੀ ਹੈ। ਉਹਦਾ ਸੈਂਟਰ ਕਿੰਨੇ ਖੋਲਣਾ ਹੈ? ਗਵਰਨਮੈਂਟ ਨਹੀਂ ਖੋਲੇਗੀ, ਕਿਉਂਕਿ ਗਵਰਨਮੈਂਟ ਨੂੰ ਵਰਲਡ ਬੈਂਕ ਤੋਂ ਪੈਸਾ ਤਾਂ ਹੀ ਆਣਾ ਜੇ ਉਹ ਵਰਲਡ ਦੀ ਨੀਤੀ ਨੂੰ ਅਪਣਾਉਣਗੇ, ਅਦਰਵਾਈਜ਼ ਪੈਸਾ ਨਹੀਂ ਆਏਗਾ। ਤੇ ਘਾਣ ਕਿਹਦਾ ਹੋਣਾ, ਸ਼ੋਸ਼ਣ ਕਿਹਦਾ ਹੋਣਾ? ਸਾਡਾ। ਅਸੀਂ ਕੀ ਲੈਣਾ ਉਹਨਾਂ ਦੇ, ਕਿਉਂਕਿ ਉਹਦੇ ਵਿੱਚ ਆਲਰੇਡੀ ਸਾਰੇ ਫਾਰਮਾਸਿਊਟੀਕਲ ਟੂਲ ਉਹੀ ਸਾਰੀ ਚੀਜ਼ਾਂ ਪ੍ਰਮੋਟ ਹੋਣੀਆਂ, ਕਿਉਂਕਿ ਵਰਲਡ ਬੈਂਕ ਦੇ ਅੰਦਰ ਜਿੰਨੀਆਂ ਵੀ ਹਿੱਸੇਦਾਰੀਆਂ ਨੇ ਉਹ ਫਾਰਮਾਸਿਊਟੀਕਲ ਕੰਪਨੀਆਂ ਨੇ, ਉਹ ਫੰਡ ਰਿਲੀਜ਼ ਕਰਦੇ ਨੇ। ਇਹ ਤਾਂ ਇਸੇ ਤਰ੍ਹਾਂ ਹੀ ਹੈ, ਮੰਨ ਲਓ ਤੁਸੀਂ ਤੁਹਾਡੇ ਕੋਲ 100 ਘਰ ਹੈ, ਤੁਸੀਂ ਉਸ ਪਿੰਡ ਦੇ ਸਰਪੰਚ ਹੋ ਔਰ ਮੈਂ ਇੱਕ ਸ਼ਾਹੂਕਾਰ ਹਾਂ, ਤੇ ਮੈਂ ਤੁਹਾਨੂੰ ਆਫਰ ਕਰਾਂ ਸਰਪੰਚ ਸਾਹਿਬ ਤੁਹਾਡੇ ਹਰ ਘਰ ਦੇ ਵਿੱਚ ਦੀ ਗਲੀ ਪੱਕੀ ਕਰਾ ਦਾਂਗਾ, ਲਾਈਟਾਂ ਜਗਾ ਦਾਂਗੇ, ਲੈਟਰੀਨ ਪੱਕੀਆਂ ਕਰਵਾ ਦਾਂਗੇ, ਠੀਕ ਹੈ। ਮੇਰੀ ਇੱਕੋ ਸ਼ਰਤ ਹੈ, ਆ ਇੱਕ ਗੋਲੀ ਹੈ, ਪੈਸਾ ਵੀ ਨਹੀਂ ਲਊਂਗਾ, ਔਰ ਇਹਦੇ ਨਾਲ ਤੁਹਾਡੇ ਬੱਚਿਆਂ ਨੂੰ ਕਦੀ ਵੀ ਪੇਟ ਦੇ ਰੋਗ ਨਹੀਂ ਹੋਣਗੇ। ਮੈਂ ਸਰਪੰਚ ਸਾਹਿਬ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰੂੰਗਾ, ਅਗਰ ਮੈਂ ਕਹੂੰਗਾ ਕਿ ਜ਼ਹਿਰ ਹੈ ਉਹ ਮੰਨਣਗੇ ਮੇਰੀ ਗੱਲ, ਠੀਕ ਹੈ। ਇਹਦੇ ਨਾਲ ਬੱਚਿਆਂ ਦੇ ਪੇਟ ਦੇ ਕੀੜੇ ਡਿਵੈਲਪ ਨਹੀਂ ਹੋਣਗੇ, ਔਰ ਇਹ ਤੁਸੀਂ ਦੇਣੀ ਹੈ, ਉਹ ਕਹਿਣਗੇ ਕਿਆ ਭਲਾ ਇਨਸਾਨ ਆਇਆ ਧਰਤੀ ਤੇ, ਮੇਰੀਆਂ ਗਲੀਆਂ ਵੀ ਪੱਕੀਆਂ ਕਰਵਾਉਣ ਦੀ ਗੱਲ ਕਰ ਗਿਆ, ਔਰ ਬਲਬ ਵੀ ਜਗਾਤੇ, ਲੈਟਰੀਆਂ ਵੀ ਪੱਕੀਆਂ ਕਰਾਉਣ ਦੀ ਗੱਲ ਕਰ ਗਿਆ, ਵਿੱਚ ਸਿੱਖਿਆ ਦਾ ਵੀ ਪੁੱਤ ਨੂੰ ਛੱਡ ਗਿਆ ਕਿ 4 ਬੱਚੇ ਵੀ ਪੜ੍ਹਾ ਦੂ ਤੁਹਾਡੇ, ਔਰ ਨਾਲ ਕਹਿੰਦਾ ਫ੍ਰੀ ਆਫ ਕਾਸਟ ਗੋਲੀ ਵੀ ਦੇ ਰਿਹਾ, ਜਿਹਦੇ ਨਾਲ ਕਹਿੰਦਾ ਪੇਟ ਦਾ ਕਦੀ ਰੋਗ ਨਹੀਂ ਆਏਗਾ। ਉਹ ਮੈਨੂੰ ਤੇ ਮੇਰੀ ਰਿਸਰਚ ਟੀਮ ਨੂੰ ਪਤਾ ਹੈ ਕਿ ਇੱਕ ਵਾਰੀ ਗੋਲੀ ਅੰਦਰ ਗਈ, ਉਸ ਤੋਂ ਬਾਅਦ ਟੂਮਾ ਵੇਚ ਕੇ ਵੀ ਇਲਾਜ ਕਰਵਾਉਣਗੇ। ਗੱਲ ਸਮਝ ਆ ਗਈ? ਇਸੇ ਦਾ ਪਾਲਿਸੀ। ਉਸ ਤੋਂ ਬਾਅਦ ਆਪਣਾ ਗਹਿਣਾ ਗੱਟਾ ਵੇਚ ਕੇ ਵੀ ਇਲਾਜ ਕਰਾਉਣਗੇ, ਪਲਾਟ ਵੇਚ ਕੇ ਵੀ ਇਲਾਜ ਕਰਾਉਣਗੇ। ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਪਿੰਡ ਜਾਣ ਦੀ ਲੋੜ ਨਹੀਂ ਗੀ, ਤੇ ਆਪਣੇ ਆਪ ਸਾਡੇ ਹਸਪਤਾਲ ਆ ਜਾਣਗੇ। ਸਮਝ ਆ ਰਹੀ ਹੈ? ਇਸੇ ਤੇ ਗਲੋਬਲ ਪਾਲਿਸੀ, ਠੀਕ ਹੈ। ਸੋ ਜੇ ਸਾਨੂੰ ਮੂੰਹ ਮਿੱਠਾ ਕਰਨ ਲਈ ਕੁਝ ਦਿੱਤਾ ਜਾ ਰਿਹਾ ਹੈ, ਉਹਦੇ ਤੋਂ ਸਾਡੇ ਤੋਂ ਬਹੁਤ ਕੁਝ ਲਿਆ ਵੀ ਜਾ ਰਿਹਾ, ਤਾਂ ਇੱਥੋਂ ਤੱਕ ਦੀ ਸਾਡੀ ਸਮਝ ਜਾ ਸਕੇ, ਇਸ ਵਾਸਤੇ ਤੁਹਾਨੂੰ ਇਸ ਸੰਗਤ ਦਾ ਹਿੱਸਾ ਬਣਾਇਆ ਜਾਂਦਾ। ਇਸ ਕਰਕੇ ਤੁਹਾਨੂੰ ਰਾਈਟ ਇਨਫੋਰਮੇਸ਼ਨ ਦੇ ਨਾਲ ਜੋੜਿਆ ਜਾਂਦਾ। ਤਾਂ ਹੀ ਅਸੀਂ ਯੂਥ ਨੂੰ ਰਿਕੁਐਸਟ ਕਰਦੇ ਹਾਂ, ਹਰ ਪੇਰੈਂਟਸ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਇੰਸ ਕਲਾਸ ਦਾ ਹਿੱਸਾ ਬਣਾ ਦਿਓ ਆਪਣੇ ਬੱਚਿਆਂ ਨੂੰ। ਮਹੀਨੇ 'ਚ 1 ਕਲਾਸ ਹੁੰਦੀ ਹੈ, ਸਾਲ 'ਚ 12 ਕਲਾਸਾਂ ਹੁੰਦੀਆਂ ਨੇ। ਡਿਪਲੋਮੇ 'ਚ ਉਹਨਾਂ ਨੂੰ 36 ਕਲਾਸਾਂ ਮਿਲੀਆਂ ਨੇ, 36 ਕਲਾਸਾਂ ਨੂੰ 150 ਅਸਾਈਨਮੈਂਟ ਬਣਾਉਣੀਆਂ। ਇਹ ਮੇਰਾ ਵਾਅਦਾ ਹੈ, ਜੇ ਤੁਹਾਡਾ ਬੱਚਾ 150 ਅਸਾਈਨਮੈਂਟ 3 ਸਾਲ 'ਚ ਬਣਾ ਗਿਆ ਔਰ 36 ਕਲਾਸਾਂ ਅਟੈਂਡ ਕਰ ਗਿਆ, ਉਹ ਤੁਹਾਡੇ ਖਾਨਦਾਨ ਦਾ ਨਾਮ ਤੇ ਰੋਸ਼ਨ ਕਰੇਗਾ। ਉਹ ਜਿਹੜੇ ਵੀ ਪਿੰਡ ਨੂੰ ਬਿਲੋਂਗ ਕਰਦਾ, ਜਿਹੜੇ ਵੀ ਹਲਕੇ ਨੂੰ ਬਿਲੋਂਗ ਕਰਦਾ, ਉਹ ਜਿਹੜੇ ਵੀ ਸਟੇਟ ਨੂੰ ਬਿਲੋਂਗ ਕਰਦਾ ਹੋਏਗਾ, ਉਹਦੇ ਵਿੱਚ ਹਾਈਐਸਟ ਅਰਨਰ ਔਰ ਸਭ ਤੋਂ ਅੱਛੇ ਲੋਕਾਂ 'ਚ ਉਹਦਾ ਨਾਮ ਹੋਏਗਾ। ਔਰ ਜਿਹੜੇ ਰੋਗ ਉਹਨੇ ਖਤਮ ਕਰ ਜਾਣੇ ਨੇ ਆਪਣੀ ਪੀੜ੍ਹੀ ਤੇ, ਆਪਣੇ ਸਰੀਰ, ਆਪਣੇ ਪਰਿਵਾਰ ਔਰ ਨੀਅਰ ਡੀਅਰ, ਉਹ ਕਿਉਂਕਿ ਸੱਚਾਈ ਹੈ ਕਿ ਆਪਣੇ ਘਰ ਦਾ ਗੰਦ ਆਪ ਹੀ ਕੱਢਣਾ ਪਏਗਾ। ਲੇਕਿਨ ਅਸੀਂ ਥੋੜਾ ਗਲਤ ਮਾਨਸਿਕਤਾ 'ਚ ਚਲੇ ਗਏ ਕਿ ਅਸੀਂ ਹੋਰ ਤੋਂ ਜੇ ਨਿਰਭਰ ਹੋ ਕੇ ਉਹਨੂੰ ਕਹਿ ਵੀ ਸਾਡੇ ਘਰ ਦਾ ਗੰਦ ਕੱਢ ਕੇ ਜਾ, ਇਸ ਤਰ੍ਹਾਂ ਕੋਈ ਨਹੀਂ ਕਰਦਾ ਦੋਸਤਾਂ। ਸੋ ਅਗਰ ਆਪਾਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ, ਆਪਣੇ ਬੱਚਿਆਂ ਦੀ, ਆਪਣੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਸਾਨੂੰ 2 ਚੀਜ਼ਾਂ ਚਾਹੀਦੀਆਂ ਨੇ। ਇੱਕ ਤੁਹਾਡਾ ਸਾਥ, ਜੇ ਉਹ ਨਹੀਂ ਦੇ ਸਕਦੇ, ਜਿੱਥੇ ਬੈਠੇ ਜੀ
ਤੁਹਾਡਾ ਆਸ਼ੀਰਵਾਦ। ਇਹ ਦੋਨਾਂ 'ਚ ਜਿਹੜੀ ਵੀ ਚੀਜ਼ ਤੁਸੀਂ ਦੇ ਸਕਦੇ ਹੋ ਸਾਨੂੰ ਦਿੰਦੇ ਰਹੋ ਜੇ। ਜਿਹੜੇ ਬਾਗ 'ਚ ਪੈਦਾ ਹੋਏ ਆ ਇਹਦੇ ਕੰਡੇ ਅਸੀਂ 101% ਕੱਢ ਕੇ ਜਾਵਾਂਗੇ। तो मैं ज़्यादा समय नहीं लेता। ये अवार्ड 2 आए ने अपनी झोली, ये अपनी समाज की एक मेहनत और लगन है और नीयत ਨੂੰ फल है। ਜਿਹੜੇ ਤੁਸੀਂ ਵੈਲਕਮ 'ਚ ਇਹ ਫੁੱਲ ਵਰਸਾਉਂਦੇ ਹੋ, ਇਹ ਫੁੱਲਾਂ ਦਾ ਕਰਜ਼ਾ ਹੁੰਦਾ ਹੈ ਮੇਰੇ ਮੋਢਿਆਂ ਤੇ ਕਿ ਜਿਹੜੀ ਭਾਵਨਾ ਨਾਲ ਵੀ ਕਿਸੇ ਦੇ ਹੱਥ 'ਚ ਫੁੱਲ ਇਹ ਸਿਰ ਤੱਕ ਆ ਗਏ ਨੇ, ਆਸ਼ੀਰਵਾਦ ਬਣ ਕੇ ਆ ਗਏ ਨੇ, ਇਹਨਾਂ ਦਾ ਮੈਂ ਕਰਜ਼ਾ ਕਿਸੇ ਨਾ ਕਿਸੇ ਤਰੀਕੇ ਉਤਾਰਦਾ ਰਵਾਂ, ਲਾਉਂਦਾ ਰਵਾਂ। ਔਰ ਉਹ ਕਰਜ਼ਾ ਅਸੀਂ ਤੁਹਾਡੀਆਂ ਪੀੜ੍ਹੀਆਂ ਨੂੰ ਐਜੂਕੇਟ ਕਰਕੇ, ਐਜੂਕੇਸ਼ਨ ਦੇ ਕੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲੰਬੀ ਉਮਰ ਲਈ ਔਰ ਖੁਸ਼ੀ ਤੇ ਖੁਸ਼ਹਾਲ ਪਰਿਵਾਰ ਦੇ ਲਈ ਜਾਣੀਆਂ ਜਾਣ। ਅੱਜ ਵੀ ਜਦੋਂ ਵਰਲਡ ਵਾਈਡ ਇੱਕ ਸਰਵੇ ਹੁੰਦਾ ਹੈ ਕਿ ਇਸ ਵਿਸ਼ਵ ਦੇ ਵਿੱਚ ਸਭ ਤੋਂ ਖੁਸ਼ ਰਹਿਣ ਵਾਲੇ ਦੇਸ਼ ਕਿਹੜੇ ਕਿਹੜੇ ਨੇ, ਤਾਂ ਫਿਲਹਾਲ ਅਜੇ ਮਾਲਕ ਦੀ ਕਿਰਪਾ ਹੈ ਕਿ ਆਪਣੇ ਦੇਸ਼ ਦਾ ਨਾਮ ਅੱਜ ਵੀ ਪਹਿਲੇ 10 ਦੇਸ਼ਾਂ ਦੇ ਵਿੱਚ ਹੈ। ਸਭ ਤੋਂ ਖੁਸ਼ਹਾਲ ਦੇਸ਼ਾਂ ਦੇ ਵਿੱਚੋਂ ਜਿੱਥੇ ਲੋਕ ਜ਼ਿਆਦਾ ਖੁਸ਼ ਰਹਿੰਦੇ ਨੇ, ਉਹਨੇ 'ਚ ਆਪਣਾ ਦੇਸ਼ ਦਾ ਨਾਮ ਪਹਿਲੇ 10 'ਚ ਹੈ। ਪਹਿਲੇ 3 'ਚ ਤਾਂ ਨਹੀਂ ਹੈ ਲੇਕਿਨ ਪਹਿਲੇ 10 'ਚ ਹੈ। ਪਰ ਜੇ ਨੈਚੁਰਲ ਸਾਇੰਸ ਨਾਲ ਆਪਾਂ ਹਰ ਘਰ ਦੇ ਇੱਕ ਮੈਂਬਰ ਨੂੰ ਜੋੜ ਗਏ ਤੈਨੂੰ ਪਹਿਲੇ ਨੰਬਰ ਤੇ ਲੈ ਆਵਾਂਗਾ। ਤੁਸੀਂ ਬਹੁਤ ਹੈ। ਸੋ ਥੈਂਕ ਯੂ। ਅੱਜ ਇੱਕ ਨਵੀਂ ਸਾਇੰਸ ਆਪਾਂ ਐਡ ਆਨ ਕੀਤੀ ਹੈ, ਸੇਮ ਉਸੇ ਤਰ੍ਹਾਂ ਹੀ ਕਿਉਂਕਿ ਰਿਸਰਚ ਕਰ ਰਹੇ ਹਾਂ ਨੈਚੁਰਲ ਸਾਇੰਸਿਸ ਤੇ ਜਿਹੜੀਆਂ ਦਬੀਆਂ ਹੋਈਆਂ ਸਾਇੰਸਿਸ ਨੇ, ਜਿਹੜੀਆਂ ਵੱਡੇ ਸ਼ਾਹੂਕਾਰਾਂ ਨੇ, ਵਪਾਰਿਕ ਵਰਗ ਨੇ ਦਬਾਤੀਆਂ ਸੀ ਕਿਉਂਕਿ ਜਿਹਨਾਂ 'ਚ ਬਹੁਤਾ ਪੈਸਾ ਨਹੀਂ ਹੈ, ਬਹੁਤੀ ਲੁੱਟ ਮਾਰ ਨਹੀਂ ਹੋ ਸਕਦੀ, ਉਹਨੂੰ ਨਹੀਂ ਕਦੀ ਵੀ ਪ੍ਰਮੋਟ ਕੀਤਾ ਜਾਂਦਾ, ਲੇਕਿਨ ਉਹਦੇ 'ਚ ਆਮ ਇਨਸਾਨ ਦਾ ਭਲਾ ਬਹੁਤ ਹੁੰਦਾ। ਜਿਹੜੀ ਨੇਚੁਰੋਪੈਥੀ ਹੈ ਇਹਨੂੰ ਜਦੋਂ ਗੋਰੇ ਰਾਜ ਕਰਦੇ ਸੀ ਤਾਂ ਉਹਨਾਂ ਨੇ ਰਾਜ ਕਰਦੇ ਕਰਦੇ ਐਲੋਪੈਥੀ ਲੈ ਆਉਂਦੀ ਸੀ ਆਪਣੇ ਮੁਲਕ ਦੇ ਵਿੱਚ। ਤਾਂ ਜਿਹੜਾ ਮਹਾਤਮਾ ਗਾਂਧੀ ਸੀ ਉਹਨੇ ਇਸ ਚੀਜ਼ ਨੂੰ ਆਬਜ਼ਰਵ ਕਰ ਲਿਆ। ਉਹ ਕਹਿੰਦਾ ਜਿਹੜੀ ਇਹਨਾਂ ਦਾ ਐਲੋਪੈਥੀ ਟ੍ਰੀਟਮੈਂਟ ਹੈ ਇਹ ਮਹਿੰਗਾ ਵੀ ਹੈ ਔਰ ਕੈਮੀਕਲ ਬੇਸਡ ਵੀ ਹੈ, ਇਹਨੇ ਇੱਕ ਨਾ ਇੱਕ ਦਿਨ ਸਾਡੇ ਲੋਕਾਂ ਦਾ ਨੁਕਸਾਨ ਕਰ ਦੇਣਾ ਹੈ। ਤਾਂ ਨੇਚੁਰੋਪੈਥੀ ਨੂੰ ਜਿੰਦਾ ਰੱਖਣ ਲਈ ਮਹਾਤਮਾ ਗਾਂਧੀ ਨੇ ਗੁਜਰਾਤ 'ਚ ਸੈਂਟਰ ਨਾਲ ਦੀ ਨਾਲ ਓਪਨ ਕਰਨੇ ਸ਼ੁਰੂ ਕਰ ਦਿੱਤੇ ਸੀ। ਜੋ ਤੁਸੀਂ ਇੰਡੀਆ 'ਚ ਗੋਰਿਆਂ ਦੇ ਟਾਈਮ ਦਾ ਇਹਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਇਹਦੀ ਜਿਹੜੀ ਜੜ ਹੈ ਉਹ ਮਹਾਤਮਾ ਗਾਂਧੀ ਦੇ ਘਰ ਤੱਕ ਲੈ ਜਾਂਦੀ ਹੈਗੀ ਆ, ਕਿਉਂਕਿ ਅੱਜ ਵੀ ਗੁਜਰਾਤ ਦੇ ਵਿੱਚੋਂ ਸੈਂਟਰ ਅੱਜ ਵੀ ਉੱਥੇ ਹਨ, ਅੱਜ ਵੀ ਹਨ। ਤਾਂ ਉੱਥੇ ਨੇਚੁਰੋਪੈਥੀ ਦਾ ਪ੍ਰਚਾਰ ਗਾਂਧੀ ਜੀ ਨੇ ਇਹ ਥਾਟ ਪ੍ਰੋਸੈਸ ਨਾਲ ਕੀਤਾ ਸੀ, ਕਹਿੰਦੇ ਵੀ ਆਮ ਤੇ ਗਰੀਬ ਇਨਸਾਨ ਨੇ ਜੇ ਤੰਦਰੁਸਤ ਰਹਿਣਾ ਉਹਨੂੰ ਇਸੇ ਪੈਥੀ ਨਾਲ ਹੀ ਜੁੜ ਕੇ ਰਹਿਣਾ ਪਏਗਾ। ਉਹ ਨਹੀਂ ਕੈਮੀਕਲ ਵਾਲਾ ਇਲਾਜ ਕਰਵਾ ਪਾਏਗਾ, ਉਹ ਨਹੀਂ ਆਪਰੇਸ਼ਨ ਵਾਲੀ ਸਾਈਡ ਜਾ ਪਾਏਗਾ, ਉਹਦੇ ਕੋਲ ਇੰਨਾ ਪੈਸਾ ਅਫੋਰਡ ਨਹੀਂ ਹੋਣਾਗਾ। ਇਹ ਚੀਜ਼ 860 ਸਾਲ 70 ਸਾਲ ਪਹਿਲਾਂ ਦੀ ਆਬਜ਼ਰਵ ਕੀਤੀ ਹੋਈ ਹੈ। ਤਾਂ ਵਾਪਸ ਅੱਜ ਆਪਾਂ ਨੂੰ ਵੀ ਇੱਧਰ ਦੇ ਟਰੈਕ ਵੱਲ ਆਉਣਾ ਪੈਣਾ। ਨਾਟ ਓਨਲੀ ਆਪਾਂ ਤਾਂ ਬਹੁਤ ਲੇਟ ਹੈ, ਯੂਰਪ ਆਪਣੇ ਤੋਂ ਬਹੁਤ ਅੱਗੇ ਹੈ। ਕੱਲੇ ਇੰਗਲੈਂਡ ਦੇ ਵਿੱਚ 500 ਤੋਂ ਵੱਧ ਨੇਚੁਰੋਪੈਥੀ ਸੈਂਟਰ ਹੈ ਕੱਲੇ ਇੰਗਲੈਂਡ ਦੇ ਵਿੱਚ, ਔਰ ਆਪਣੇ ਇੱਥੇ ਮੈਨੂੰ ਲੱਗਦਾ ਤੁਸੀਂ ਜੰਮੂ ਤੋਂ ਲੈ ਕੇ ਨੀਚੇ ਨੂੰ ਚਲੇ ਜਾਓ ਤੁਹਾਨੂੰ ਮੱਧ ਪ੍ਰਦੇਸ਼ ਤੱਕ ਵੀ 50 ਸੈਂਟਰ ਨਹੀਂ ਕੰਪਲੀਟ ਮਿਲਨੇ, ਜਿਹੜੇ ਅੱਛੇ ਡਿਵੈਲਪ ਸੈਂਟਰ ਨੇ, ਰਿਸਰਚ ਸੈਂਟਰ ਨੇ। ਉਹ ਕੰਨਿਆਕੁਮਾਰੀ ਸਾਊਥ ਵਾਲਿਆਂ ਦੇ ਕੋਲ ਥੋੜਾ ਥੋੜਾ ਉਹਨਾਂ ਨੇ ਰੱਖਿਆ ਹੋਇਆ, ਕੇਰਲਾ ਜਾਈਦਾ ਨਾ ਜਦੋਂ ਉਹਨਾਂ ਕੋਲ ਹੈ, ਲੇਕਿਨ 29 ਸਟੇਟਾਂ ਦਾ ਦੇਸ਼ ਤੇ 29 ਵੀ ਰਿਸਰਚ ਸੈਂਟਰ ਨਹੀਂ ਸਾਡੇ ਕੋਲ ਹੈਗੇ। ਸਾਡੀ ਫੇਲੀਅਰ ਹੈ। ਐਵੇਂ ਨਹੀਂ, ਪੂਰੇ ਵਿਸ਼ਵ ਦੇ ਵਿੱਚ ਐਲੋਪੈਥੀ ਦੀ ਜਿੰਨੀ ਪ੍ਰੋਡਕਸ਼ਨ ਹੈ ਉਹ ਪ੍ਰੋਡਕਸ਼ਨ ਦਾ 60% ਹਿੱਸਾ ਸਾਡੇ ਦੇਸ਼ 'ਚ ਲੱਗ ਜਾਂਦਾ। ਐਵੇਂ ਨਹੀਂ ਲੱਗ ਜਾਂਦਾ ਕਿਉਂਕਿ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ। ਜੇ ਅਸੀਂ ਐਜੂਕੇਟ ਕਰ ਦਿੰਦੇ ਹਾਂ ਉਹ 60% ਜਿਹੜੀ ਲੁੱਟ ਹੈ ਕਿਸੇ ਨਾ ਕਿਸੇ ਰੂਪ ਜਿਹੜੀ ਬਾਹਰ ਜਾਂਦੀ ਵੀ। ਅੱਛਾ, ਉਹ ਵੀ ਸਾਡੇ ਤੋਂ ਇੰਨਾ ਮੋਟਾ ਮਾਰਜਨ ਕਮਾ ਕੇ ਬਹੁਤੀ ਚੰਗੀ ਰਿਸਰਚ ਤੇ ਨਹੀਂ ਲੱਗੇ ਹੋਏ। ਉਹਨਾਂ ਨੇ ਵੀ ਇੰਨਾ ਮੋਟਾ ਮਾਰਜਨ ਕਮਾ ਕੇ ਕੋਈ ਗਰੀਬ ਦੇਸ਼ਾਂ ਨੂੰ ਬ੍ਰੈਡ ਨਹੀਂ ਵੰਡੇ, ਉਹਨਾਂ ਨੇ ਬਾਰੂਦ ਵੰਡਿਆ। ਕੀ ਵੰਡਿਆ ਜੀ? ਕੀ ਵੰਡਿਆ ਜੀ? ਬਾਰੂਦ ਵੰਡਿਆ। ਔਰ ਉਸੇ ਬਾਰੂਦ ਨੂੰ ਕੋਠੇ ਦੀ ਛੱਤ ਤੇ ਰੱਖ ਕੇ ਫਿਰ ਲੋਕਾਂ ਨੂੰ ਦੂਸਰੇ ਨੂੰ ਡਰਾਉਂਦੇ ਨੇ, ਲਲਕਾਰਦੇ ਨੇ। ਔਰ ਉਹ ਅਮਰੀਕਾ 'ਚ ਦੱਸੋ ਕਿੰਨੀਆਂ ਫਸਲਾਂ ਹੁੰਦੀਆਂ ਜੀ ਸਾਲ 'ਚ, ਜਿੱਥੇ ਬਰਫ਼ ਕਿੰਨੀਆਂ ਫਸਲਾਂ ਹੁੰਦੀਆਂ, ਬੜੀ ਮੁਸ਼ਕਿਲ ਨਾਲ 1 ਜਾਂ 2 ਮੱਕੀ ਤੋਂ ਵੱਧ ਉਹਨਾਂ ਕੋਲ ਨਾ ਜ਼ਮੀਨ ਹੈ ਨਾ ਅਕਲ ਹੈ। ਤੇ ਆਪਣੀ ਜ਼ਮੀਨ ਤੇ ਕਿੰਨੀਆਂ ਫਸਲਾਂ ਹੋ ਸਕਦੀਆਂ ਜੀ? ਦੁਨੀਆ ਦੀ ਹਰ ਚੀਜ਼ ਪੈਦਾ ਕਰ ਲਓ। ਉਹ ਜਿਹਦੀ ਜ਼ਮੀਨ ਤੇ ਕੱਖ ਨਹੀਂ ਹੁੰਦਾ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਬਾਰੂਦ ਬਣਾ ਕੇ ਬੈਠਾ। ਉਹ ਜਿਹਦੀ ਜ਼ਮੀਨ ਤੇ ਅੰਮ੍ਰਿਤ ਹੀ ਅੰਮ੍ਰਿਤ ਹੁੰਦਾ ਹੈ ਉੱਥੇ ਲੋਕ ਇਸ ਕਰਕੇ ਬਾਹਰ ਲੈ ਜਾਂਦੇ ਆ ਕਿ ਉਹ ਉਹਨਾਂ ਕੋਲ ਜ਼ਮੀਨ ਅੱਛੀ ਹੈ। ਅੱਛੀ ਜ਼ਮੀਨ ਦੇ ਬਾਵਜੂਦ ਰੀਜ਼ਨ ਕੀ ਹੈਗਾ? ਇਹ ਵਿਗਿਆਨਿਕ ਯੁੱਗ ਹੈ, 21ਵੀਂ ਸਦੀ ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਕਾਹਦਾ ਯੁੱਗ ਹੈ ਜੀ? ਗਿਆਨ ਤੇ ਆਵਾਜ਼ ਨਹੀਂ, ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਇਸ ਯੁੱਗ 'ਚ ਜੇ ਤੁਸੀਂ ਦਿਮਾਗ ਨੂੰ ਬੰਦ ਕਰਕੇ ਪੈਕ ਕਰਕੇ ਰੱਖਿਆ ਹੋਇਆ ਤਾਂ ਉਹ ਫੇਲੀਅਰ ਤੁਹਾਡਾ ਹੈ।
ਉਹ ਜਿਹੜਾ ਨੁਕਸਾਨ ਦੇ ਜ਼ਿੰਮੇਵਾਰ ਅਸੀਂ ਖੁਦ ਹੈਗੇ ਹਾਂ। ਇਸ ਸਦੀ ਦੇ ਵਿੱਚ ਗਿਆਨ ਤੇ ਵਿਗਿਆਨ ਦੋਨੇ ਹੀ ਸਿੱਖਣੀਆਂ ਪੈਣਗੀਆਂ। ਭਾਵੇਂ ਤੁਸੀਂ ਜੁੱਤੇ ਬਣਾਉਂਦੇ ਹੋ, ਭਾਵੇਂ ਤੁਸੀਂ ਆਲੂ ਉਗਾਉਂਦੇ ਹੋ, ਭਾਵੇਂ ਤੁਸੀਂ ਲੱਕੜ ਦਾ ਕੰਮ ਕਰਦੇ ਹੋ, ਭਾਵੇਂ ਤੁਸੀਂ ਇੱਟਾਂ ਦਾ ਕੰਮ ਕਰਦੇ ਹੋ, ਭਾਵੇਂ ਤੁਸੀਂ ਲੋਹੇ ਦਾ ਕੰਮ ਕਰਦੇ ਹੋ, ਤਾਂ ਜੋ ਵੀ ਤੁਹਾਡਾ ਪ੍ਰੋਫੈਸ਼ਨ ਹੈ, ਤੁਹਾਡੇ ਹਰ ਪ੍ਰੋਫੈਸ਼ਨ ਦੇ ਵਿੱਚ ਨਵਾਂ ਗਿਆਨ ਤੇ ਨਵਾਂ ਵਿਗਿਆਨ ਹੈ। ਤੁਸੀਂ ਉਹਨੂੰ ਅਪਡੇਟ ਨਹੀਂ ਕੀਤਾ ਤਾਂ ਤੁਹਾਡਾ ਫੇਲਿਅਰ ਹੈ। ਹਲੋ ਯੈਸ ਸਰ ਲੋ ਗੱਲ ਸਮਝੇ? ਤਾਂ ਆਲਰੇਡੀ ਅੱਜ ਦੀ ਇਹ ਜਿਹੜੀ ਦੁਨੀਆ ਹੈ $1 trillion ਇੰਡਸਟਰੀ ਬਣਾ ਦਿੱਤੀ। $1 trillion ਦਾ ਮਤਲਬ ਹੈ ਕਿ ਖਰਬਾਂ ਦਾ ਵਪਾਰ ਹੈ ਹੈਲਥ ਇੰਡਸਟਰੀ। ਇੱਕੋ ਚੀਜ਼ ਦਾ ਅਕਸਰ ਮੈਂ ਤੁਹਾਡੇ ਤੋਂ ਮੰਗੂਗਾ, ਉਸ ਤੋਂ ਬਾਅਦ ਮੈਂ ਆਪਣੀ ਜਗ੍ਹਾ ਲਊਂਗਾ ਤੇ ਅਗਲੇ ਲੈਕਚਰ ਦੀ ਤਿਆਰੀ ਕਰਾਂਗੇ। ਅਗਰ ਘਰ ਦੇ ਵਿੱਚ ਆਟਾ ਖਤਮ ਹੋ ਜਾਵੇ ਔਰ ਇੱਕ ਸਾਈਡ ਤੇ ਦਵਾਈ ਖਤਮ ਹੋ ਜਾਵੇ ਔਰ ਦੋਨਾਂ ਦੇ ਵਿੱਚੋਂ ਇੱਕ ਨਹੀਂ ਲਿਆਉਂਦੇ ਪੈਸੇ ਘਰੇ ਪਏ ਹੋਏ ਨੇ, ਤਾਂ ਕਿਹੜੀ ਚੀਜ਼ ਲਿਆਉਣ ਦੇ ਲਈ ਅਸੀਂ ਡਿਸੀਜਨ ਲਵਾਂਗੇ? ਇੰਨੇ ਮਜਬੂਰ ਹੋ ਚੁੱਕੇ ਹਾਂ ਕਿ ਦਵਾਈ ਨੂੰ ਮਸਟ ਕਰਾਂਗੇ ਅਸੀਂ, ਨਾ ਕਿ ਆਟੇ ਨੂੰ। ਤਾਂ ਇੰਨੀ ਮਜਬੂਰੀ ਨਾਲ ਅਸੀਂ ਜੁੜ ਚੁੱਕੇ ਹਾਂ। ਤੇ ਜੇ ਆਟੇ ਨਾਲੋਂ ਜ਼ਿਆਦਾ ਦਵਾਈ ਮਜਬੂਰੀ ਬਣ ਚੁੱਕੀ ਹੈ, ਤੁਸੀਂ ਆਪੇ ਹਿਸਾਬ ਲਾ ਲਓ ਕਿੰਨੀ $1 trillion ਇੰਡਸਟਰੀ, ਕਿੰਨਾ ਪੈਸਾ ਡਾਲਰਾਂ 'ਚ ਇਸੇ ਗੋਲੀ ਦੇ ਰੂਪ 'ਚ ਜਾਂਦਾ ਹੈਗਾ। ਉਹ ਇੱਕ ਲੈਣ ਵਾਲਾ ਤਾਂ ਭਾਵੇਂ 2 ਰੁਪਏ ਦੀ ਗੋਲੀ ਲੈ ਰਿਹਾ, 3 ਰੁਪਏ ਦੀ ਲੈ ਰਿਹਾ, ਬਟ ਉਹ ਲੈਣ ਵਾਲੇ ਕਿੰਨੇ ਨੇ ਇਹਨਾਂ ਦੀ ਆਈਡੀਆ ਲਾਉਣਾ ਪੈਣਾ। 40 ਕਰੋੜ ਦੇ ਲਾਗੇ ਤੱਕ ਡਾਇਬਟਿਕ ਪੇਸ਼ੈਂਟ ਨੇ, ਤੇ ਹਰ ਸ਼ੂਗਰ ਦਾ ਪੇਸ਼ੈਂਟ ਕੋਈ 2 ਦੀ ਗੋਲੀ ਲੈਂਦਾ, ਕੋਈ 10 ਰੁਪਏ ਦੀ ਲੈਂਦਾ। ਤੁਸੀਂ 3 ਰੁਪਏ ਵੀ ਆਪਣੇ ਲਗਾ ਲਓ ਤੇ 40 ਕਰੋੜ ਲੋਕਾਂ ਨੇ 3 ਰੁਪਏ ਦੀ ਗੋਲੀ ਸਵੇਰੇ ਇੱਕ ਟਾਈਮ ਲਈ, ਤੇ ਕਿੰਨੀ ਟਰਨਓਵਰ ਹੋ ਗਈ? 120 ਕਰੋੜ ਦੀ ਟਰਨਓਵਰ ਸਿਰਫ ਚਾਹ ਪੀਂਦੇ ਪੀਂਦੇ ਹੋ ਗਈ ਉਹਨਾਂ ਦੀ। ਤੇ ਸ਼ਾਮ ਤੱਕ ਸੌਂਦੇ ਸੌਂਦੇ ਕਿੰਨੀ ਹੋ ਜਾਣੀ ਹੈ? 240 ਕਰੋੜ। ਤੇ ਆਮ ਬੰਦੇ ਦੀ ਉਹਦੇ 'ਚ ਹਿੱਸਾ ਕਿੰਨਾ ਹੈ? ਆਮ ਬੰਦੇ ਦਾ ਹਿੱਸਾ ਕਿੰਨਾ ਹੈ? ਤੇ ਉਹਨਾਂ ਦੇ ਘਰੇ ਕਿੰਨਾ ਗਿਆ? 240 ਕਰੋੜ। ਕਿੰਨੇ ਮਹੀਨਿਆਂ ਦਾ? 1.5 ਦਾ। ਆਈਡੀਆ ਲਾ ਸਕਦੇ ਹੋ? 12 ਮਹੀਨੇ 'ਚ ਉਹਨਾਂ ਦੇ ਘਰੇ ਕਿੰਨਾ ਚਲੇ ਜਾਂਦਾ? ਉਹ ਕਿਵੇਂ ਕਹਿਣਗੇ? ਕਿਵੇਂ ਨਹੀਂ ਖੋਲਣਗੇ ਰਿਸਰਚ ਸੈਂਟਰ? ਬਹੁਤੂ ਪੈਸਾ। ਕਿਵੇਂ ਨਹੀਂ ਚੰਦਰਮਾ ਦੇ ਕਲੋਨੀਆਂ ਕੱਟਣਗੇ? ਬਹੁਤੂ ਪੈਸਾ। ਸਾਡੇ ਇਹ ਪੈਸਾ ਬਚਾਉਣਾ ਹੈ ਕਿ ਨਹੀਂ ਬਚਾਉਣਾ? ਠੀਕ ਹੈ, ਇਹ ਪੈਸਾ ਤਾਂ ਬਚੇਗਾ ਜੇ ਅਸੀਂ ਆਪਣੇ ਘਰ ਦਾ ਪੈਸਾ ਬਚਾਵਾਂਗੇ। ਹਲੋ ਯੈਸ ਸਰ ਲੋ? ਦੇਸ਼ ਦੀ ਵਾਰੀ ਬਾਅਦ 'ਚ ਆਏਗੀ, ਪਹਿਲਾਂ ਆਪਣੇ ਘਰ ਦੀਆਂ ਚਾਰ ਦੀਵਾਰੀ ਸੁਰੱਖਿਅਤ ਕਰਨਾ ਪਏਗਾ। ਔਰ ਘਰ ਦੀਆਂ ਚਾਰ ਦੀਵਾਰੀ ਸੁਰੱਖਿਅਤ ਕਰਨ ਲਈ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਤਿਆਰ ਹੋ ਗਏ ਨਹੀਂ? ਆਰ ਯੂ ਰੈਡੀ? ਕਮਰ ਸਿੱਧੀ ਕਰ ਲਓ ਇੱਕ ਵਾਰੀ। ਆਰ ਯੂ ਰੈਡੀ? ਡਾਇਰੀ ਪੈਨ ਹੈ ਸਭ ਦੇ ਕੋਲ? ਨੋਟ ਕਰ ਰਹੇ ਹੋ? ਡਾਇਰੀ ਤੇ ਨੋਟ ਕਰ ਰਹੇ ਹੋ ਜਾਂ ਬ੍ਰੇਨ ਤੇ ਵੀ ਨੋਟ ਕਰ ਰਹੇ ਹੋ? ਮਾਈਂਡ 'ਚ ਜਾ ਰਿਹਾ ਕੁਛ? ਸਮਝ ਆ ਰਿਹਾ? ਅੱਜ ਇੱਕ ਨਵੀਂ ਸਾਇੰਸ ਐਡ ਆਨ ਕਰ ਰਹੇ ਹੈਗੇ, ਰਿਸਰਚ ਨੈਚੁਰਲ ਸਾਇੰਸ ਦੇ ਵਿੱਚ ਇੱਕ ਨਵੀਂ ਰਿਸਰਚ ਨੂੰ ਅਸੀਂ ਐਡ ਆਨ ਕੀਤਾ ਹੈਗਾ। ਆਪਾਂ ਪਲਸ ਦੇਖਦੇ ਹਾਂ। ਪਲਸ ਹੱਥ ਨਾਲ ਦੇਖੀ ਜਾਂਦੀ ਹੈ ਜਾਂ ਹੱਥ ਦੀਆਂ ਉਂਗਲਾਂ ਨਾਲ ਦੇਖੀ ਜਾਂਦੀ ਹੈ? ਹਾਂ, ਕਨਫਿਊਜ਼ ਹੋ ਗਏ ਸਾਰੇ। ਪਲਸ ਨਾਲ ਦੇਖੀ ਜਾਂਦੀ ਹੈ, ਉਂਗਲਾਂ ਨਾਲ ਦੇਖੀ ਜਾਂਦੀ ਹੈ। ਔਰ ਅੱਜ ਨਵੀਂ ਸਾਇੰਸ ਲੈ ਕੇ ਆਏ ਆ ਜਿਹਦੇ ਵਿੱਚ ਤੁਸੀਂ ਪਲਸ ਹੁਣ ਪੈਰਾਂ ਨਾਲ ਵੀ ਦੇਖਿਆ ਕਰੋ। रियलिटी है। और मैं ज़्यादा समय नहीं लूँगा उसके लिए रिप्रेजेंट करने लिए बड़े अच्छे तजर्बेकार इंसान अपने पहुँचे ने ਜਿਹੜੇ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੇ ਔਰ ਆਪਣੀ ਜਿਹੜੀ ਇਹ ਬਹੁਤ ਟਾਈਮ ਤੋਂ ਦੱਬੀ ਹੋਈ ਸਾਇੰਸ ਹੈ ਇਹਨੂੰ ਆਪਣੇ ਨਾਲ ਰਲ ਕੇ ਉਹ ਸਮਾਜ ਤੱਕ ਪਹੁੰਚਾਉਣ ਦੇ ਲਈ ਸੇਵਾ 'ਚ ਉਹਨਾਂ ਨੇ ਯੋਗਦਾਨ ਪਾਇਆ। वैसे वो बेसिकली आउट ऑफ पंजाब के ने, लेकिन पिछले 18-20 साल तो पंजाब की सेवा निभा रहे हैं। मिलना चाहते हो? आर यू रेडी? 30 मिनट का लैक्चर है, कंप्लीटली नोट डाउन कर लियो जे, काफ़ी अमूल्य जानकारी मिलेगी। हाँ, तो उन्होंने कोई इंटरस्टिंग स्टोरी है वो मनजीत जी कहते मैं सुनानी है, तो मैं कहा तुम सुना दो जरूर। तो मैं मनजीत जी को माइक देने जा रहा हूँ। ओवर टू मनजीत जी। एक बार जोरदार क्लैपिंग कर दे डॉक्टर साहब। जिस डॉक्टर साहब मैं इतने बुलाने जा रहा वो एक गुगली नाम का पिंड आ। गुगली नाम का पिंड गोरखपुर दे विच, महाराजपुर डिस्ट्रिक्ट यूपी उत्तर प्रदेश दे विच। तां ज़्यादा पुरानी गल नहीं है, बहुत बैकवर्ड एरिया। वो 2009-8 की गल आ। उस पिंड दे विच लाइट नहीं है सी, बिल्कुल तो लाइट नहीं है सी। उत्थों इंसान एक चलिया, वो बाहर आके रहा, उन्हें ये सारा माहौल देखा, उन्हें लग्या भी लाइट अज किस तरीके नाल इंसान का काम फास्ट कर रही है।
ਤਾਂ ਉਹ ਵਾਪਸ ਜਦੋਂ ਪਿੰਡ ਦੇ ਵਿੱਚ ਗਿਆ, ਜਾ ਕੇ ਪਿੰਡ ਦੇ ਬਹੁਤ ਸਾਰੇ ਜਿਹੜੇ ਮੋਹਦਵਾਰ ਬੰਦੇ, ਪੰਚਾਇਤਾਂ ਚੱਲਦੀਆਂ ਅੱਜ ਵੀ ਉੱਥੇ, ਪੰਚਾਇਤ ਦਾ ਫੈਸਲਾ ਹੀ ਅਟੱਲ ਹੁੰਦਾ, ਅਦਾਲਤ ਕਚਹਿਰੀ ਤੱਕ ਕੇਸ ਬਹੁਤ ਘੱਟ ਪਹੁੰਚਦਾ, ਬਹੁਤ ਪਛੜਿਆ ਏਰੀਆ ਉਹ। ਤਾਂ ਉੱਥੇ ਜਾ ਕੇ ਉਹਨੇ ਆਪਦਾ ਇੱਕ ਰੱਖਿਆ ਪ੍ਰਪੋਜ਼ਲ ਕਿ ਮੈਂ ਚਾਹੁੰਦਾ ਕਿ ਆਪਾਂ ਇਹ ਸਾਰੇ ਫਾਰਮ ਫਿਲ ਕਰੀਏ, ਉਸ ਤੋਂ ਬਾਅਦ ਨੇੜੇ ਜਿਹੜਾ ਸ਼ਹਿਰ ਪੈਂਦਾ ਉੱਥੇ ਜਾ ਕੇ ਅੱਗੇ ਫਾਈਲ ਸਬਮਿਟ ਕਰੀਏ, ਜਿਹੜੀ ਲਾਈਟ ਇੱਥੇ ਲਿਆ ਦਿੱਤੀ ਜਾਵੇ। ਪਰ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀਆਂ ਪਈਆਂ, ਸਾਰਾ ਪਿੰਡ ਉਹਨਾਂ ਦੇ ਅਗੇਂਸਟ ਹੋ ਗਿਆ। ਜਿਹੜੇ ਬੰਦੇ ਨੂੰ ਪਤਾ ਸੀ ਲਾਈਟ ਬਾਰੇ, ਉਹਨਾਂ ਨੇ ਬੋਲਿਆ ਕਿ ਸਰ ਇਹ ਤਾਂ ਮੌਤ ਨੂੰ ਘਰੇ ਦਾਵਤ ਦੇ ਰਿਹਾ, ਕਿ ਉਹ ਐਦਾਂ ਦੀ ਚੀਜ਼ ਆ ਲਾਈਟ, ਜੇ ਉਹ ਘਰ ਦੇ ਵਿੱਚ ਆ ਗਈ, ਕਿਸੇ ਨੇ ਟੱਚ ਕਰ ਲਿਆ ਤਾਂ ਬੰਦੇ ਦੀ ਡੈਥ ਹੋ ਜਾਂਦੀ ਹੈ। ਪਰ ਉਹ ਝੁਕਿਆ ਨਹੀਂ। ਜਦੋਂ ਇਸ ਤਰ੍ਹਾਂ ਦੇ ਇਨਸਾਨ ਸਾਹਮਣੇ ਹੋਣ ਤੇ ਜਿਨ੍ਹਾਂ ਦੀ ਤੁਸੀਂ ਇੱਕ ਪੂਰੇ ਰੈਪੂਟੇਡ ਇਨਸਾਨ, ਜਿਨ੍ਹਾਂ ਦੀ ਤੁਸੀਂ ਪੂਰੀ ਇੱਜ਼ਤ ਮਾਨ ਸਨਮਾਨ ਕਰਦੇ ਹੋ, ਉਹਨਾਂ ਦੇ ਅਗੇਂਸਟ ਨਹੀਂ ਜਾ ਸਕਦੇ। ਜਿੱਦਾਂ ਮੈਂ ਗੱਲ ਕੀਤੀ ਸੀ ਨਾ, ਧਾਰਨਾ ਬਣ ਜਾਂਦੀ ਆ, ਹੈਲੋ, ਵੀ ਧਾਰਨਾ ਤੋੜਨੀ ਮੁਸ਼ਕਲ ਹੋ ਜਾਂਦੀ ਆ। ਉਹ ਰੈਗੂਲਰ ਲੱਗੇ ਰਹੇ, ਉਹਨਾਂ ਨੂੰ 1 ਸਾਲ ਲੱਗ ਗਿਆ। ਉਹ ਚੀਜ਼ਾਂ ਸਾਰੀਆਂ ਪਹਿਲੇ ਫਾਈਲਸ ਕੰਪਲੀਟ ਕੀਤੀਆਂ, ਜਾ ਕੇ ਆਫਿਸਰ ਨੂੰ ਐਗਰੀ ਕੀਤਾ, ਫਿਰ ਸਾਈਨ ਚਾਹੀਦੇ ਸੀ, ਸਿਗਨੇਚਰ ਚਾਹੀਦੇ ਸੀ। ਉਹ ਸਾਰੀ ਜਿਹੜੀ ਉੱਥੋਂ ਦੀ ਮੈਂਬਰ ਹੈ ਆ, ਪੰਚਾਇਤ ਹੈ ਆ, ਉਹਨਾਂ ਨੂੰ ਇੱਕ ਇੱਕ ਕਰਕੇ ਐਗਰੀ ਕੀਤਾ, ਗਾਈਡ ਕੀਤਾ ਉਹ ਸ਼ਹਿਰ ਦੇ ਵਿੱਚ। ਤਾਂ ਉਹ ਗੁਗਲੀ ਪਿੰਡ ਆ ਜਿਹੜਾ, ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਿਹੜੀ ਲਾਈਟ ਪਹੁੰਚਾਈ। ਉਹਨਾਂ ਨੂੰ ਇੱਕ ਵਾਰ ਜ਼ੋਰਦਾਰ ਕਲੈਪਿੰਗ ਕਰ ਦਿਓ। ਉਹ ਸ਼ਖਸ ਦਾ ਜ਼ਿਕਰ ਕਰ ਰਿਹਾ ਡਾਕਟਰ ਮਨਿੰਦਰ ਸਿੰਘ ਭੁੱਲਰ ਜੀ, ਉਹਨਾਂ ਨੂੰ ਸਟੇਜ ਦੇ ਉੱਪਰ ਅਨਾਉਂਸ ਕਰਨ ਜਾ ਰਿਹਾ ਜੀ। ਸਰ ਡਾਕਟਰ ਸਾਹਿਬ ਨੂੰ ਬੋਲੂਗਾ, ਉਹਨਾਂ ਨੂੰ ਅਨਾਉਂਸ ਕਰਨ। ਇੱਕ ਵਾਰ ਜ਼ੋਰਦਾਰ ਕਲੈਪਿੰਗ ਉਹਨਾਂ ਲਈ ਸਰ, ਹੱਥ ਉੱਪਰ ਕਰਕੇ ਉਹਨਾਂ ਦੇ ਜਜ਼ਬੇ ਨੂੰ ਸਲਾਮ। ਆਪਣੇ ਵਰਗੇ ਲੋਕ ਜੁੜ ਰਹੇ ਨੇ ਇਸ ਸੇਵਾ ਨੂੰ ਅੱਗੇ ਨਿਭਾਉਣ ਲਈ, ਨੌਲੇਜ ਨੂੰ ਹਰ ਘਰ ਤੱਕ ਪਹੁੰਚਾਉਣ ਲਈ। ਸੋ ਤੁਹਾਡੀ ਜ਼ੋਰਦਾਰ ਕਲੈਪਿੰਗ ਦੇ ਵਿੱਚ ਡਾਕਟਰ ਸ਼ਸ਼ੀ ਜੀ, ਜਿਹੜੇ ਕਿ ਨੇਚਰੋ 17 ਸਾਲ ਤੋਂ ਉਹ ਐਕਸਪੀਰੀਅੰਸ ਰੱਖ ਰਹੇ ਨੇ ਇਸ ਥੈਰੇਪੀ ਦਾ। ਨੇਚਰੋ ਥੈਰੇਪੀ ਨੂੰ ਉਹ ਪ੍ਰਮੋਟ ਕਰ ਰਹੇ ਨੇ ਔਰ ਉਹਦੇ ਐਕਸਪਰਟ ਨੇ। ਔਰ ਜਿਹੜੇ ਅੱਗੇ ਜਾ ਕੇ, ਕਿਉਂਕਿ ਅਸੀਂ ਇਹਦਾ ਕੋਰਸ ਵੀ, ਐਡੀਸ਼ਨਲ ਕੋਰਸ ਵੀ ਐਡ ਕਰਾਂਗੇ ਤਾਂ ਜੋ ਤੁਹਾਡੀ ਕੰਮ ਦੀ ਕੁਆਲਿਟੀ ਵੱਧ ਸਕੇ, ਤੁਹਾਡੀ ਵੈਲਿਊ ਵੱਧ ਸਕੇ ਔਰ ਤੁਹਾਡੇ ਨਾਲ ਜੁੜੇ ਹੋਏ ਪੇਸ਼ੈਂਟ ਨੂੰ ਤੁਸੀਂ ਹੋਰ ਮੈਕਸਿਮਮ ਟਾਈਮ ਲਈ ਸੈਟੀਸਫਾਈ ਕਰ ਸਕੋ। ਤਾਂ ਉਹਦੇ ਲਈ ਅਸੀਂ ਕੋਰਸਸ ਵੀ ਦੇ ਰਹੇ ਹਾਂ ਔਰ ਥਿਊਰੀ ਇਸ ਕਲਾਸ ਤੋਂ ਤੁਹਾਡੀ ਹੋਏਗੀ ਔਰ ਅਸੀਂ ਪ੍ਰੈਕਟੀਕਲ ਵੀ ਹਰ ਮੰਥ ਉਹਦੀ 1 ਜਾਂ 2 ਕਲਾਸਾਂ ਪ੍ਰੈਕਟੀਕਲ ਦੀਆਂ ਵੀ ਤੁਹਾਨੂੰ ਚੱਲਦੀ OPD 'ਚ ਮਿਲਣਗੀਆਂ। ਤਾਂ ਜ਼ਿਆਦਾ ਸਮਝ ਨਹੀਂ ਲੈਂਦਾ, ਜੋ ਤੁਹਾਡੀ ਜ਼ੋਰਦਾਰ ਕਲੈਪਿੰਗ ਦੇ ਵਿੱਚ ਡਾਕਟਰ ਸ਼ਸ਼ੀ ਜੀ, ਵੈਲਕਮ ਔਨ ਦਾ ਸਟੇਜ।